बहुत ही प्यारे विद्यार्थियों, मैं रਣजीत कौर पंजाबी अध्यापका सरकारी मिडल ਸਕੂਲ ਬਹਾਦਰ ਹੁਸੈਨ ਜ਼ਿਲ੍ਹਾ ਗੁਰਦਾਸਪੁਰ ਤੋਂ। ਵਿਦਿਆਰਥੀਓ, ਅੱਜ ਅਸੀਂ ਪੜ੍ਹਾਂਗੇ ਵਿਸ਼ਾ ਪੰਜਾਬੀ ਤੇ ਪੰਜਾਬੀ ਵਿਸ਼ੇ ਵਿੱਚ ਅੱਜ ਸਾਡੇ ਕੋਲ ਹੈ ਜਮਾਤ 8ਵੀਂ ਦਾ ਪਾਠ ਪਹਿਲਾ, ਜਿਸ ਦਾ ਕਿ ਸਿਰਲੇਖ ਹੈ ਜੈ ਭਾਰਤ ਮਾਤਾ। ਜੈ ਭਾਰਤ ਮਾਤਾ ਇੱਕ ਕਵਿਤਾ ਹੈ ਜਿਹੜੀ ਕਿ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਲਿਖੀ ਗਈ ਹੈ। ਬੱਚਿਓ, ਇਸ ਕਵਿਤਾ ਰਾਹੀਂ ਕਵੀ ਨੇ ਭਾਰਤ ਮਾਂ ਦੀ ਜਿਹੜੀ ਆਜ਼ਾਦੀ ਦੀ ਲੰਮੀ ਕਹਾਣੀ ਹੈ ਉਹਦੇ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਅਤੇ ਸੂਰਬੀਰਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਰੂਪ 'ਚ ਇੱਕ ਸ਼ਰਧਾ ਜਿਹੜੀ ਆ ਉਸਨੇ ਆਪਣੀ ਸ਼ਰਧਾ ਜ਼ਾਹਿਰ ਕੀਤੀ ਹੈ। ਇਸ ਵਿੱਚ ਕਵੀ ਨੇ ਉਹਨਾਂ ਥਾਵਾਂ ਦਾ ਜ਼ਿਕਰ ਕੀਤਾ ਹੈ ਜਿੱਥੇ ਕਿ ਆਜ਼ਾਦੀ ਦੇ ਸੰਘਰਸ਼ ਸਮੇਂ ਖੂਨ ਡੁੱਲਿਆ, ਲਹੂ ਡੁੱਲਿਆ ਅਤੇ ਉਹਨਾਂ ਸੂਰਬੀਰਾਂ ਯੋਧਿਆਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਕਿ ਭਾਰਤ ਮਾਂ ਦੀ ਆਜ਼ਾਦੀ ਦੇ ਲਈ ਆਪਣਾ ਖੂਨ ਤੱਕ ਜਾਨ ਤੱਕ ਵਾਰ ਦਿੱਤੀ। ਕਵੀ ਭਾਰਤ ਮਾਤਾ ਦੀ ਉਸਤਤ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਜੈ ਭਾਰਤ ਮਾਤਾ, ਜੈ ਭਾਰਤ ਮਾਤਾ, ਕਿ ਭਾਰਤ ਮਾਤਾ ਤੇਰੀ ਹਮੇਸ਼ਾ ਹੀ ਜੈ ਜੈਕਾਰ ਹੋਵੇ, ਕਿਉਂਕਿ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ, ਕਿ ਤੇਰੀ ਜਿਹੜੀ ਲੰਮੀ ਕਹਾਣੀ ਹੈ ਤੇਰੀ ਅਣਖ ਦੀ, ਤੇਰੀ ਗੈਰਤ ਦੀ, ਤੇਰੀ ਆਜ਼ਾਦੀ ਦੀ, ਉਹ ਅਨੇਕਾਂ ਹੀ ਭਾਰਤੀਆਂ ਦੇ ਲਹੂ ਦੇ ਨਾਲ ਲਿਖੀ ਗਈ ਹੈ। ਕਵੀ ਉਹਨਾਂ ਥਾਵਾਂ ਨੂੰ ਯਾਦ ਕਰਦਾ ਹੋਇਆ ਕਹਿੰਦਾ ਹੈ ਕਿ ਹਲਦੀ ਘਾਟੀ ਤੇਰੀ, ਕਿ ਉਹ ਥਾਂ ਹਲਦੀ ਘਾਟੀ ਵਾਲਾ ਜਿੱਥੇ ਕਿ ਅਨੇਕਾਂ ਹੀ ਲੜਾਈਆਂ ਲੜੀਆਂ ਗਈਆਂ, ਉਹ ਵੀ ਭਾਰਤ ਮਾਤਾ ਤੇਰਾ ਹੈ। ਤੇਰੇ ਸੋਮਨਾਥ ਦੇ ਮੰਦਰ ਅਤੇ ਉਹ ਤੇਰੇ ਮੰਦਰ ਜਿਹੜੇ ਕਿ ਸੋਨਿਆਂ ਨਾਲ ਭਰੇ ਹੋਏ ਹਨ ਅਤੇ ਉਹਨਾਂ ਨੂੰ ਵਿਦੇਸ਼ੀ ਹੁਕਮਰਾਨ ਜਿਹੜੇ ਸੀ ਹਮਲਾ ਕਰਕੇ ਲੁੱਟ ਕੇ ਲੈ ਜਾਂਦੇ ਸਨ, ਉਹ ਵੀ ਤੇਰੇ ਹਨ। ਅਤੇ ਉਹ ਹਮਲਿਆਂ ਦੀਆਂ ਘਟਨਾਵਾਂ ਯਾਨੀ ਕਿ ਉਹ ਦੁੱਖਾਂ ਦੀਆਂ ਕਹਾਣੀਆਂ ਜਿਹੜੇ ਰਾਜਪੂਤਾਨੀ ਮਹਿਲ ਸਨ ਅਤੇ ਅੱਜ ਖੰਡਰਾਂ ਦੇ ਵਿੱਚ ਤਬਦੀਲ ਹੋਏ ਹਨ, ਉਹ ਵੀ ਸਾਨੂੰ ਦੱਸਦੇ ਹਨ ਕਿ ਤੇਰੇ ਦੁੱਖਾਂ ਦੀ ਬਾਤ ਸੁਣਾਉਂਦੇ ਰਾਜਪੂਤਾਨੀ ਖੰਡਰ। ਇਸੇ ਤਰ੍ਹਾਂ ਹੀ ਕਵੀ ਉਸ ਸਥਾਨਾਂ ਦਾ ਜ਼ਿਕਰ ਕਰਦਾ ਹੋਇਆ, ਦਰਿਆਵਾਂ ਦਾ, ਨਦੀਆਂ ਦਾ ਜ਼ਿਕਰ ਕਰਦਾ ਕਹਿੰਦਾ ਹੈ ਕਿ ਬਿਆਸਾ ਦੇ ਕੰਢੇ ਤੋਂ ਮੁੜਿਆ ਖਾ ਕੇ ਮਾਰ ਸਿਕੰਦਰ, ਕਿ ਇੱਕ ਮਹਾਨ ਯੋਧਾ ਸਿਕੰਦਰ ਵੀ ਜਿਹੜਾ ਸੀ ਉਹ ਬਿਆਸ ਦੇ ਕੰਢੇ ਤੋਂ ਉਹਨੂੰ ਵਾਪਸ ਮੁੜਨਾ ਪਿਆ ਸੀ। ਸੋ ਇਸੇ ਕਰਕੇ ਹੀ ਭਾਰਤ ਮਾਤਾ ਤੇਰੀ ਹਮੇਸ਼ਾ ਹੀ ਜੈ ਜੈਕਾਰ ਹੋਵੇ, ਜੈ ਭਾਰਤ ਮਾਤਾ। ਇਸੇ ਤਰ੍ਹਾਂ ਹੀ ਕਵੀ ਉਹਨਾਂ ਥਾਵਾਂ ਦਾ ਜ਼ਿਕਰ ਕਰਦਾ ਹੈ ਜਿੱਥੇ ਕਿ ਭਾਰਤੀਆਂ ਨੇ ਆਪਣੇ ਬੇਦੋਸ਼ੇ ਭਾਰਤੀਆਂ ਨੇ ਦਾ ਜਿਹੜਾ ਖੂਨ ਡੁੱਲਿਆ। ਬੱਚਿਓ, ਇਹ ਜਲ੍ਹਿਆਂ ਵਾਲੇ ਬਾਗ ਦੀ ਤਸਵੀਰ ਸਾਨੂੰ ਉਹ ਸਮਾਂ ਯਾਦ ਕਰਾਉਂਦੀ ਹੈ ਜਦੋਂ ਕਿ 1919 ਨੂੰ ਵਿਸਾਖੀ ਵਾਲੇ ਦਿਨ ਅਨੇਕਾਂ ਹੀ ਭਾਰਤੀ ਆਪਣੇ ਹੱਕਾਂ ਦੇ ਰਾਖੀ ਲਈ ਇਕੱਠੇ ਹੋਏ ਸਨ ਅਤੇ ਵਿਦੇਸ਼ੀ ਹੁਕਮਰਾਨ ਉਸ ਸਮੇਂ ਜਿਹੜਾ ਕਿ ਸਮੇਂ ਦੀ ਸਰਕਾਰ ਸੀ ਉਹਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜਿਸ ਦਾ ਕਿ ਨਾਂ ਜਨਰਲ ਅਡਵਾਇਰ ਸੀ। ਉਸਨੇ ਗੋਲੀ ਚਲਾ ਕੇ ਅਨੇਕਾਂ ਹੀ ਨਿਹੱਥੇ ਭਾਰਤੀਆਂ ਨੂੰ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਗਿਆ। ਜਗ੍ਹਾ ਥੋੜ੍ਹੀ ਹੋਣ ਕਰਕੇ ਇਸ ਖੂਹ ਵਿੱਚ ਅਨੇਕਾਂ ਭਾਰਤੀਆਂ ਜਿਹੜੇ ਸੀ ਕਹਿੰਦੇ ਸੀ ਖੂਹ ਉਤੋਂ ਤੱਕ ਭਰ ਗਿਆ ਸੀ ਅਤੇ ਇਹ ਕੰਧਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਸੀ ਉਹ ਅੱਜ ਵੀ ਸਾਨੂੰ ਯਾਦ ਕਰਾਉਂਦੇ ਹਨ। ਅਨੇਕਾਂ ਭਾਰਤੀ ਜਿਹੜੇ ਸਨ ਉਹ ਆਪਣੀਆਂ ਜਾਨ ਦੀ ਆਹੂਤੀ ਪਾ ਗਏ। ਇਸੇ ਤਰ੍ਹਾਂ ਹੀ ਆ ਕੰਧਾਂ ਸਾਨੂੰ ਅੱਜ ਵੀ ਯਾਦ ਕਰਾਉਂਦੀਆਂ ਨੇ, ਉੱਤੇ ਗੋਲੀਆਂ ਦੇ ਨਿਸ਼ਾਨ ਸਾਨੂੰ ਅੱਜ ਵੀ ਯਾਦ ਕਰਾਉਂਦੇ ਹਨ ਕਿ ਭਾਰਤ ਮਾਤਾ ਦੀ ਜਿਹੜੀ ਅਣਖ ਹੈ ਉਸ ਦੀ ਆਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ। ਹੋਰ ਸਥਾਨਾਂ ਨੂੰ, ਹੋਰ ਘਟਨਾਵਾਂ ਨੂੰ ਯਾਦ ਕਰਦਿਆਂ ਕਵੀ ਕਹਿੰਦਾ ਕਿ ਕਾਮਾ ਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ, ਕਿ ਕਾਮਾ ਗਾਟਾ ਮਾਰੂ ਨਾਮ ਦਾ ਜਹਾਜ਼ ਜਿਹੜਾ ਗਿਆਨੀ ਗੁਰਦਿੱਤ ਸਿੰਘ ਜੀ ਦੀ ਅਗਵਾਈ ਵਿੱਚ ਵਿਦੇਸ਼ ਦੀ ਧਰਤੀ 'ਤੇ ਗਿਆ ਸੀ ਅਤੇ ਜਦੋਂ ਉਹਨਾਂ ਨੂੰ ਉੱਥੇ ਉਤਰਨ ਨਹੀਂ ਦਿੱਤਾ ਅਤੇ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਅਤੇ ਉਸ ਸਮੇਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਕਿ ਸਮੁੰਦਰ ਦੇ ਵਿੱਚ ਯਾਨੀ ਕਿ ਪਾਣੀ ਦੇ ਵਿੱਚ ਅੱਗ ਲੱਗ ਗਈ ਹੋਵੇ। ਇਸੇ ਤਰ੍ਹਾਂ ਹੀ ਕਵੀ ਭਾਰਤ ਮਾਤਾ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੀ ਆਪਣੀ ਬਹਾਦਰ ਪੁੱਤਰੀ ਨੂੰ ਯਾਦ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਚੰਡੀ ਬਣ ਕੇ ਰਣ ਵਿੱਚ ਜੂੰਜੀ ਤੇਰੀ ਝਾਂਸੀ ਰਣ, ਕਿ ਝਾਂਸੀ ਦੀ ਜਿਹੜੀ ਰਾਣੀ ਤੇਰੀ ਪੁੱਤਰੀ ਸੀ ਉਹ ਲੋੜ ਪੈਣ 'ਤੇ ਇੱਕ ਚੰਡੀ ਭਾਵ ਇੱਕ ਤਲਵਾਰ ਵਾਂਗੂ ਰਣ ਭਾਵ ਯੁੱਧ ਦੇ ਮੈਦਾਨ ਵਿੱਚ ਇਸ ਤਰ੍ਹਾਂ ਜੂੰਝੀ ਜਿਸ ਤਰ੍ਹਾਂ ਕਿ ਤੇਰੀ ਪੁੱਤਰੀ ਜਿਹੜੀ ਸੀ ਝਾਂਸੀ ਦੀ ਰਾਣੀ ਇੱਕ ਚੰਡੀ ਦੇ ਵਾਂਗੂ ਜਿਹੜੇ ਉਸ ਹਮਲਾਵਰ ਸਨ ਜਾਂ ਜਿਹੜੇ ਉਸ ਸਮੇਂ ਜਿਹੜੇ ਉਹਨਾਂ 'ਤੇ ਹਮਲਾ ਕਰ ਰਹੇ ਸਨ ਉਹਨਾਂ ਦਾ ਮੁਕਾਬਲਾ ਉਸਨੇ ਇੱਕ ਤਲਵਾਰ, ਇੱਕ ਚੰਡੀ ਦੀ ਤਰ੍ਹਾਂ ਉਸਦਾ ਮੁਕਾਬਲਾ ਕੀਤਾ। ਇਸ ਤਰ੍ਹਾਂ ਭਾਰਤ ਮਾਤਾ ਦੇ ਬਹਾਦਰ ਪੁੱਤਾਂ ਦੀ ਜਿਹੜੀ ਕਹਾਣੀ ਹੈ ਉਹ ਹਮੇਸ਼ਾ ਹੀ ਅਮਰ ਹੈ। ਜੈ
ਭਾਰਤ ਮਾਤਾ। ਸੋ ਭਾਰਤ ਮਾਤਾ ਤੇਰੀ ਹਮੇਸ਼ਾ ਹੀ ਜੈ ਜੈਕਾਰ ਹੋਵੇ। ਕਵੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਕਹਿੰਦਾ ਹੈ ਕਿ ਭਗਤ ਸਿੰਘ ਜੇ ਪੁੱਤਰ ਤੇਰੇ ਉਦਮ ਸਿੰਘ ਸਰਾਬੇ, ਕਿ ਤੇਰੇ ਭਗਤ ਸਿੰਘ ਵਰਗੇ, ਤੁਹਾਨੂੰ ਪਤਾ ਹੈ ਬੱਚਿਓ ਜਿਸ ਤਰ੍ਹਾਂ ਭਗਤ ਸਿੰਘ ਦੀ ਦੇਖੋ ਤਸਵੀਰ ਹੈ ਕਿ ਭਗਤ ਸਿੰਘ ਜੇ ਪੁੱਤਰ, ਕਿ ਉਹ ਪੁੱਤਰ ਵੀ ਤੇਰੇ ਹੀ ਹਨ, ਭਗਤ ਸਿੰਘ ਵਰਗੇ ਜਿਨ੍ਹਾਂ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ ਦੇਸ਼ ਦੀ ਆਜ਼ਾਦੀ ਲਈ। ਉਦਮ ਸਿੰਘ ਸਰਾਬੇ, ਉਦਮ ਸਿੰਘ ਨੇ ਬੱਚੇ ਵਿਦੇਸ਼ ਦੀ ਧਰਤੀ 'ਤੇ ਜਾ ਕੇ ਭਾਰਤੀਆਂ ਦੇ ਜਲਿਆਂਵਾਲੇ ਬਾਗ ਵਿੱਚ ਜਿਹੜਾ ਖੂਨ ਡੁੱਲਾ ਸੀ ਉਸ ਦਾ ਬਦਲਾ ਉਸ ਅੰਗਰੇਜ਼ ਅਫਸਰ ਨੂੰ ਮਾਰ ਕੇ ਲਿਆ। ਅਤੇ ਇਸੇ ਤਰ੍ਹਾਂ ਹੀ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਕਿ ਗਦਰ ਇੱਕ ਪਾਰਟੀ ਸੀ ਉਸ ਵਿੱਚ ਬੜੇ ਸਰਗਰਮੀ ਨਾਲ ਕੰਮ ਕੀਤਾ। ਇਹ ਤਿੰਨੇ ਜਿਹੜੇ ਸੂਰਬੀਰ ਨੇ ਜਾਂ ਯੋਧੇ ਨੇ ਜਾਂ ਸ਼ਹੀਦ ਨੇ, ਉਹਨਾਂ ਦਾ ਜਿਹੜਾ ਜ਼ਿਕਰ ਕਰਦਿਆਂ ਕਵੀ ਕਹਿੰਦਾ ਹੈ ਕਿ ਭਗਤ ਸਿੰਘ ਜੇ ਪੁੱਤਰ, ਕੇ ਸਾਰੇ ਤੇਰੇ ਹੀ ਪੁੱਤਰ ਹਨ, ਪੁੱਤਰ ਤੇਰੇ ਉਦਮ ਸਿੰਘ ਸਰਾਬੇ, ਡੁੱਲੇ ਖੂਨ ਦਾ ਬਦਲਾ ਜਿਸ ਨੇ ਤੋਲ ਲਿਆ ਵਿੱਚ ਸ਼ਾਬੇ, ਕਿ ਜਿਹੜਾ ਅਨੇਕਾਂ ਭਾਰਤੀਆਂ ਦਾ ਖੂਨ ਜਿਹੜਾ ਜਲਿਆਂਵਾਲੇ ਬਾਗ ਤੇ ਜਾਂ ਹੋਰ ਵੀ ਕਿਤੇ ਡੁੱਲਿਆ ਸੀ ਉਸ ਦਾ ਬਦਲਾ ਉਸਨੇ ਇੱਕ ਸ਼ਾਬੇ ਭਾਵ ਇੱਕ ਤੱਕੜੀ ਦੇ ਵਿੱਚ ਤੋਲਣ ਦੇ ਬਰਾਬਰ ਲੈ ਲਿਆ ਵਿਦੇਸ਼ ਦੀ ਧਰਤੀ 'ਤੇ ਜਾ ਕੇ। ਸੋ ਗੋਰੀ ਅਣਖ ਨੂੰ ਰੰਡੀ ਕਰ ਗਏ ਤੇਰੇ ਗਦਰੀ ਬਾਬੇ, ਕਿ ਗੋਰੀ ਭਾਵ ਅੰਗਰੇਜ਼ਾਂ ਨੂੰ ਵੰਗਾਰ ਕੇ ਉਹਨਾਂ ਦੀ ਜਿਹੜੀ ਗੈਰਤ ਸੀ ਉਸਨੂੰ ਰੰਡੀ ਉਹ ਔਰਤ ਹੁੰਦੀ ਜਿਸ ਦਾ ਪਤੀ ਨਾ ਹੋਵੇ, ਕਹਿੰਦਾ ਕਿ ਇਹਨੂੰ ਰੰਡੀ ਕਰ ਗਏ ਤੇਰੇ ਗਦਰੀ ਬਾਬੇ, ਭਾਵ ਉਸ ਨੂੰ ਬੇਸਹਾਰਾ ਕਰ ਦਿੱਤਾ ਉਹਨਾਂ ਨੇ ਵੰਗਾਰ ਕੇ ਇਹਨਾਂ ਗਦਰੀ ਬਾਬਿਆਂ ਨੇ। ਜੈ ਭਾਰਤ ਮਾਤਾ, ਭਾਰਤ ਮਾਤਾ ਇਸੇ ਕਰਕੇ ਤੇਰੀ ਹਮੇਸ਼ਾ ਹੀ ਜੈ ਜੈਕਾਰ ਹੋਵੇ। ਲਾਜਪਤ ਜੇ ਬਣ ਗਏ ਤੇਰੀ ਲਾਜਪਤ ਦੇ ਰਾਖੇ। ਸੋ ਕਵੀ ਲਾਲਾ ਲਾਜਪਤ ਰਾਏ ਵਰਗੇ ਬਹਾਦਰ ਤੇ ਦਲੇਰ ਜਿਹੜੇ ਸੂਝਵਾਨ ਨੇਤਾ ਹਨ ਜਾਂ ਆਜ਼ਾਦੀ ਘੁਲਾਟੀਏ ਹਨ, ਉਹਨਾਂ ਨੂੰ ਯਾਦ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਆਪਣੀ ਸਿਆਣਪ ਤੇ ਸੂਝਵਾਨਤਾ ਦੇ ਨਾਲ ਸੂਝਤਾ ਦੇ ਨਾਲ ਤੇਰੀ ਲਾਜ ਭਾਵ ਤੇਰੀ ਇੱਜ਼ਤ ਦੇ ਰਾਖੇ ਬਣ ਗਏ। ਲਾਜਪਤ ਜੇ ਬਣ ਗਏ ਤੇਰੀ ਲਾਜਪਤ ਦੇ ਰਾਖੇ, ਕਿ ਆਪਣੀ ਸਮਝਦਾਰੀ ਨਾਲ ਵਿਦੇਸ਼ੀ ਉਹਨਾਂ ਨੂੰ ਜਿਹੜੀ ਅੰਗਰੇਜ਼ ਸਰਕਾਰ ਸੀ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਉਸ ਨੂੰ ਜਵਾਬ ਦੇਣ ਲਈ ਆਪਣੀ ਸਮਝਦਾਰੀ ਨਾਲ ਉਹਨਾਂ ਨੂੰ ਜਵਾਬ ਦੇਣ ਲਈ ਲਾਜਪਤ ਜੇ ਬਣ ਗਈ ਤੇਰੀ ਲਾਜਪਤ ਦੇ ਰਾਖੇ। ਸ਼ਿਵਾ ਅਤੇ ਪ੍ਰਤਾਪ ਤੇਰੇ ਨੇ ਲਿਖੇ ਸ਼ਹੀਦੀ ਸਾਕੇ। ਸ਼ਹੀਦੀ ਸਾਕੇ ਹੁੰਦੇ ਆ ਬਹਾਦਰੀ ਲਈ ਜਾਂ ਆਪਣੀ ਅਣਖ ਲਈ ਲੜਦੇ ਹੋਏ ਵੀਰਗਤੀ ਪ੍ਰਾਪਤ ਕਰਨ ਵਾਲੇ ਮਹਾਨ ਸ਼ਿਵਾਜੀ ਅਤੇ ਪ੍ਰਤਾਪ ਨੇ ਅਨੇਕਾਂ ਹੀ ਅਨੇਕਾਂ ਹੀ ਅਜਿਹੇ ਸਾਕੇ ਲਿਖੇ ਜਿਹੜੇ ਕਿ ਅੱਜ ਵੀ ਸਾਨੂੰ ਯਾਦ ਨੇ। ਫਾਂਸੀ ਦੇ ਫਟਿਆਂ 'ਤੇ ਬੈਠੀ ਤਵਾਰੀਖ ਪਈ ਆਖੇ, ਕਿ ਉਹ ਜਿਹੜੇ ਫਾਂਸੀ ਦੇ ਫਟਿਆਂ ਦੀਆਂ ਯਾਨੀ ਕਿ ਉਹਨਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਵਾਲੀਆਂ ਜਿਹੜੀਆਂ ਮਿਤੀਆਂ ਨੇ ਉਹ ਅੱਜ ਵੀ ਸਾਨੂੰ ਆਖ ਰਹੀਆਂ ਨੇ ਕਿ ਜੈ ਭਾਰਤ ਮਾਤਾ, ਕਿ ਭਾਰਤ ਮਾਤਾ ਦੀ ਜੈ ਜੈਕਾਰ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ, ਕਿੰਨੀਆਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਸੋ ਬੱਚਿਓ ਇਹ ਸੀ ਕਵਿਤਾ, ਤੇ ਆਓ ਅਸੀਂ ਹੁਣ ਇਸ ਕਵਿਤਾ ਦੇ ਅਭਿਆਸਿਕ ਪ੍ਰਸ਼ਨ ਕਰਦੇ ਹਾਂ। ਪਾਠ ਅਭਿਆਸ ਪ੍ਰਸ਼ਨ ਪਹਿਲਾ, ਪ੍ਰਸ਼ਨ ਦੱਸੋ। ਪਹਿਲਾ ਊੜਾ ਪ੍ਰਸ਼ਨ ਹੈ, ਇਸ ਕਵਿਤਾ ਵਿੱਚ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ। ਇਸ ਕਵਿਤਾ ਵਿੱਚ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ। ਇਸ ਦਾ ਉੱਤਰ ਹੈ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਲਿਖੀ ਗਈ ਕਵਿਤਾ ਜੈ ਭਾਰਤ ਮਾਤਾ ਵਿੱਚ ਆਏ ਪ੍ਰਮੁੱਖ ਦੇਸ਼ ਭਗਤਾਂ ਦੇ ਨਾਮ ਹਨ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸ਼ਿਵਾਜੀ, ਮਹਾਰਾਣਾ ਪ੍ਰਤਾਪ ਜੀ ਹਨ। ਇਸੇ ਤਰ੍ਹਾਂ ਹੀ ਬੱਚਿਓ ਐੜਾ ਪ੍ਰਸ਼ਨ ਹੈ, ਇਸ ਕਵਿਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਥਾਵਾਂ ਦਾ ਵਰਣਨ ਮਿਲਦਾ ਹੈ। ਇਸ ਦਾ ਉੱਤਰ ਹੈ, ਇਸ ਕਵਿਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਹਲਦੀ ਘਾਟੀ, ਸੋਮਨਾਥ ਦੇ ਮੰਦਰ, ਜਲਿਆਂਵਾਲਾ ਬਾਗ ਅਤੇ ਝਾਂਸੀ ਆਦਿ ਥਾਵਾਂ ਦਾ ਜ਼ਿਕਰ ਮਿਲਦਾ ਹੈ। ਅਗਲਾ ਪ੍ਰਸ਼ਨ ਬੱਚਿਓ ਹੈ ਤੁਹਾਡਾ ਐੜਾ, ਹੇਠ ਲਿਖੀਆਂ ਸਤਰਾਂ ਦੇ ਭਾਵ ਅਰਥ ਸਪਸ਼ਟ ਕਰੋ। ਦੂਜੇ ਦਾ ਊੜਾ, ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ। ਭਾਵ ਅਰਥ, ਉਪਰੋਕਤ ਸਤਰਾਂ ਤੋਂ ਭਾਵ ਹੈ ਕਿ ਭਾਰਤ ਮਾਤਾ ਦੀ ਲੰਮੀ ਕਹਾਣੀ ਇਸ ਦੇ ਯੋਧਿਆਂ ਦੇ ਖੂਨ ਦੇ ਨਾਲ ਲਿਖੀ ਗਈ ਹੈ। ਭਾਵ ਭਾਰਤ ਮਾਤਾ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਲਈ ਅਨੇਕਾਂ ਹੀ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ
ਦਿੱਤੀਆਂ ਹਨ। ਤੁਸੀਂ ਲਿਖਣ ਸਮੇਂ ਇਸ ਦੇ ਭਾਵ ਅਰਥ ਲਿਖਣ ਸਮੇਂ ਤੁਸੀਂ ਕਵੀ ਦਾ ਨਾਮ ਵੀ ਲਿਖ ਸਕਦੇ ਹੋ। ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਉਪਰੋਕਤ ਸਤਰਾਂ ਪੰਜਾਬੀ ਦੇ ਪ੍ਰਸਿੱਧ ਕਵੀ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਲਿਖੀ ਗਈ ਕਵਿਤਾ ਜੈ ਭਾਰਤ ਮਾਤਾ ਵਿੱਚੋਂ ਲਈਆਂ ਗਈਆਂ ਹਨ ਅਤੇ ਇਹਨਾਂ ਸਤਰਾਂ ਰਾਹੀਂ ਕਵੀ ਨੇ ਭਾਰਤ ਮਾਤਾ ਦੀ ਅਣਖ ਦੀ ਲੰਮੀ ਕਹਾਣੀ ਅਤੇ ਇਸ ਦੇ ਯੋਧਿਆਂ ਦੇ ਖੂਨ ਦੇ ਨਾਲ ਲਿਖੀ ਗਈ ਹੋਣ ਦੇ ਨਾਲ ਨਾਲ ਭਾਰਤ ਮਾਤਾ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਲਈ ਅਨੇਕਾਂ ਹੀ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ। ਇਸੇ ਤਰ੍ਹਾਂ ਹੀ ਐੜਾ ਹੈ। ਐੜੇ ਵਿੱਚ ਹੈ ਫਾਂਸੀ ਦੇ ਫੱਟਿਆਂ ਤੇ ਬੈਠੀ ਤਵਾਰੀਖ ਪਈ ਆਖੇ ਜੈ ਭਾਰਤ ਮਾਤਾ। ਭਾਵ ਅਰਥ ਉਪਰੋਕਤ ਸਤਰਾਂ ਦਾ ਭਾਵ ਹੈ ਕਿ ਇਤਿਹਾਸ ਇਸ ਗੱਲ ਦੀ ਅੱਜ ਵੀ ਗਵਾਹੀ ਭਰਦਾ ਹੈ ਕਿ ਭਾਰਤ ਦੇ ਬਹਾਦਰ ਸੂਰਬੀਰਾਂ ਨੇ ਭਾਰਤ ਮਾਂ ਦੀ ਅਣਖ ਲਈ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਇਸ ਲਈ ਹੇ ਭਾਰਤ ਮਾਤਾ ਤੇਰੀ ਸਦਾ ਹੀ ਜੈ ਜੈਕਾਰ ਹੋਵੇ। ਅਗਲਾ ਪ੍ਰਸ਼ਨ ਹੈ ਔਖੇ ਸ਼ਬਦਾਂ ਦੇ ਅਰਥ। ਔਖੇ ਸ਼ਬਦਾਂ ਦੇ ਅਰਥ ਸਮੇਂ ਸਭ ਤੋਂ ਪਹਿਲਾਂ ਸਾਡੇ ਕੋਲ ਸ਼ਬਦ ਹੈ ਸੰਗ। ਸੰਗ ਤੋਂ ਭਾਵ ਹੈ ਨਾਲ। ਸੰਗ ਤੋਂ ਭਾਵ ਹੈ ਨਾਲ। ਸੰਗ ਤੋਂ ਭਾਵ ਹੈ ਨਾਲ। ਭਾਵ ਨਾਲ। ਇਸੇ ਤਰ੍ਹਾਂ ਹੀ ਗਾਥਾ। ਗਾਥਾ ਤੋਂ ਭਾਵ ਕਥਾ ਕਹਾਣੀ। ਚੰਡੀ ਦੁਰਗਾ ਦੇਵੀ ਤਲਵਾਰ ਛਾਬਾ ਤਕੜੀ ਜਾਂ ਇੱਕ ਪਲੜਾ ਡੂੰਘੀ ਟੋਕਰੀ। ਸਾਕਾ ਇਤਿਹਾਸ। ਇਸੇ ਤਰ੍ਹਾਂ ਹੀ ਤਵਾਰੀਖ ਹੈ। ਤਵਾਰੀਖ ਤੋਂ ਭਾਵ ਹੁੰਦਾ ਇਤਿਹਾਸ ਅਤੇ ਬੀਤੇ ਸਮੇਂ ਦੀ ਵਾਰਤਾ। ਅਣਖ ਸਵੈਮਾਨ ਗੈਰਤ। ਖੰਡਰ ਡਿੱਗੀ ਹੋਈ ਇਮਾਰਤ ਟੱਠੀ ਹੋਈ ਇਮਾਰਤ। ਅਮਰ ਜੋ ਕਦੇ ਨਾ ਮਰੇ ਸਦੀਵੀ ਚਿਰੰਜੀਵ। ਇਸੇ ਤਰ੍ਹਾਂ ਹੀ ਬੱਚਿਓ ਇੱਕ ਪ੍ਰਸ਼ਨ ਹੈ ਤੁਹਾਡੀ ਪੁਸਤਕ ਵਿੱਚ ਪੰਜਾਬ ਦੇ ਦਰਿਆਵਾਂ ਦੇ ਨਾਮ ਲਿਖੋ। ਸੋ ਪੰਜਾਬ ਦੇ ਦਰਿਆਵਾਂ ਦੇ ਨਾਮ ਹਨ ਸਤਲੁਜ ਰਾਵੀ ਜਿਹਲਮ ਝਨਾਬ ਅਤੇ ਬਿਆਸ। ਸੋ ਧੰਨਵਾਦ ਬੱਚਿਓ। ਸਤਿ ਸ਼੍ਰੀ ਅਕਾਲ।